मैं गरीब सच टेक तू मेरे सतगुर पूरे देख तुम्हारा दर्शनो मेरा मन तीरे। दर्शन दीजे दर्शन दीजे खोल की वार दर्शन दीजे दर्शन दीजे खोल की वार दर्शन दीजे दर्शन दीजे। सो गुरु जी प्यारे साध संगत जी, अज असी उस महान हस्ती का इत्थे जन्मदिन मना रहे हैं जिहदी कि शुरुआत भी इत्थों ही हुई सी, क्योंकि इस जगह ते ही महाराज के कमरे जिथे सारे मत्था टेकन जाते हैं, इस जगह ते उन्होंने कहा सी पाजी होना नूं कि आपां इस मिशन शुरू करांगे। तो पाजी होना ने की कहा सी, महाराज जी तुहाडा मिशन तो ऑलरेडी चल रहा, जो लास्ट टाइम पे आए सी फिर आंदे नहीं भी इत्थों शुरू करांगे। सो भी उन्होंने रमन सी 6 फरवरी को असी करपाल सागर दे विच उन्होंने जन्मदिन मनाया, पर उस जन्मदिन दे देखो आपां जिस हस्ती के बारे सारे ने उहदे बारे दस्या, पर मैं हमेशा कोशिश है कि वो पावर इन्नी साढ़े नज़दीक है अज भी कि आप उहदे बारे सोच ही नहीं सकते, इन्नी नज़दीक है। जे असी कहने कि वो जोड़ा छड्ड गई है भी वो साडी गलत फहमी है। इस करके उन्होंने कुल मालिक ताकत कहा गया कि वो जिम्मेवार होंदी है। मैं तुहानूं थोड़ा जिहा हुण जो होया उहदे बारे दस्सण दिया कि 6 फरवरी को प्रोग्राम चल रहा सी करपाल सागर दे विच। उस तो बाद मैनूं तुहाडे अमृतसर तो एक फोन आया कि मैं किसी मिलना चाहना। मैं उन्होंने घर गया, अपने पुराने मैंबर से आंदे मैं तुहाडे नाल गल करनी आ। मैं इस करके दस रहा कि वो पावर कितनी साडे नज़दीक है भी। मैनूं उन्होंने दस्सिया कि जदों 6 फरवरी का प्रोग्राम तुहाडा चल रहा सी, मैं जा नहीं सकिया उत्थे, ते अपने घर ही वो बैड ते बैठ के सोचन लग पे भी मैं उत्थे हुंदा। उत्थे इस वेले प्रोग्राम सत्संग का चल रहा। आंदे जिस तरह आप बैठे हाँ, आंदे उन्होंने अखां खोलियां, खुलियां अखां दे नाल संत कृपाल सिंह जी अगे खलोते। नाले मैनूं उन्हां दे अखां च अथरू सन, मैनूं दस रहे सी। आंदे अच्छा बहुत वधिया भी मेरा मैनूं लैण वास्ते आ गए। आंदे मैं सोचा तो वो दरवाजे तो बाहर चले गए। देखो मेरी तो खुराक यही आ, जदों असी उन्हां दे बारे जदों जन्मदिन मनाउने आ, उन्हां दे बारे
ਅਸੀਂ ਜੋ ਵੀ ਕਹਿੰਦੇ ਆ ਉਹ ਸਾਨੂੰ ਦੱਸਦੇ ਆ ਕਿ ਅਸੀਂ ਤੁਹਾਡੇ ਵਿੱਚ ਆ, ਤੁਹਾਡੇ ਸੋਚ ਦੀ ਸੋਚ ਆ ਵੀ ਤੁਹਾਡੀ। ਦੇਖੋ ਉਹ ਕੋਈ ਮੈਂਬਰ ਆਪਣੇ ਘਰ ਬੈਠਾ ਸੀ ਪਰ ਦਿਲ ਉਹਦਾ ਉੱਥੇ ਸੀ ਜਿੱਥੇ ਸਤਸੰਗ ਚੱਲ ਰਿਹਾ ਸੀ। ਉਹ ਮਹਾਂਪੁਰਸ਼ ਉਹਦੇ ਸਾਹਮਣੇ ਖਲੋਤਾ ਸੀ। ਸੋ ਵੀ ਜਿੱਥੇ ਦਿਲ ਆ ਉੱਥੇ ਉਹ ਆ ਗਿਆ, ਜਿੱਥੇ ਮਨ ਆ ਉੱਥੇ ਉਹ ਹੋਰ ਚੀਜ਼ ਹੈ। ਸੋ ਪਿਓ ਪਾਵਰ ਆਪਾਂ ਇੱਥੇ ਬੈਠੇ ਆ, ਉਹ ਸਾਨੂੰ ਬਣਾਉਣ ਵਾਸਤੇ ਇੱਥੇ ਆਉਂਦੀ ਹੈ ਵੀ ਉਹਦਾ ਕੋਈ ਹੋਰ ਮਕਸਦ ਨਹੀਂ। ਪਰ ਕਈ ਵਾਰੀ ਅੱਜ ਉਸ ਪਾਵਰ ਦੇ ਬਾਰੇ ਜਿਹੜਾ ਕਿ ਆਲਰੇਡੀ ਆਪਾਂ ਕਈ ਟਾਈਮ ਤੇ ਤੁਸੀਂ ਸੁਣਿਆ ਹੋਵੇਗਾ, ਅੱਗੇ ਵੀ ਕਿਹਾ, ਇਸੇ ਤਰ੍ਹਾਂ ਹੀ ਜਿਸ ਤਰ੍ਹਾਂ ਆਪਾਂ ਇੱਥੇ ਸਤਸੰਗ ਦੇ ਵਿੱਚ ਬੈਠੇ ਆ, ਇਹੋ ਲੋਕੇਸ਼ਨ ਲੈ ਲਓ। ਇੱਥੇ ਮਹਾਰਾਜ ਜਿਸ ਤਰ੍ਹਾਂ ਬੈਠੇ ਉਹਨਾਂ ਦਾ ਸਤਸੰਗ ਚੱਲ ਰਿਹਾ ਸੀ, ਸੰਗਤ ਇੱਦਾਂ ਹੀ ਬੈਠੀ ਸੀ। ਇਹ ਸ੍ਰੀਨਗਰ ਦੀ ਗੱਲ ਹੈ ਤੇ ਸਾਰੇ ਇਸ ਤਰ੍ਹਾਂ ਹੀ ਪੰਡਾਲ ਸੀ। ਔਰ ਗੇਟ ਤੇ ਜਿੱਥੇ ਆਪਣੇ ਮੈਂਬਰ ਖਲੋਤੇ ਹਨ ਉੱਥੇ ਪਾਜੀ ਹੋਣੀ ਖਲੋਤੇ ਸੀ, ਕਿਉਂਕਿ ਉਹ ਸਾਰਾ ਸਤਸੰਗ ਦਾ ਵੇਖ ਰਹੇ ਸੀ, ਡਿਊਟੀ ਸੀ ਉਹਨਾਂ ਦੀ। ਤੇ ਉਹਨਾਂ ਦੇ ਨਜ਼ਦੀਕ ਮੈਂ ਖੁਦ ਨਾਲ ਖਲੋਤਾ ਸੀ, ਛੋਟਾ ਸੀ। ਮਹਾਰਾਜ ਜੀ ਇੱਦਾਂ ਸਤਸੰਗ ਕਰ ਰਹੇ, ਮਹਾਰਾਜ ਦਾ ਜਿਹੜਾ ਧਿਆਨ ਸੀ ਉਹ ਗੇਟ ਵੱਲ ਹਮੇਸ਼ਾ ਸੀ, ਕਿਉਂਕਿ ਭਾਜੀ ਹੋਣਾ ਵੱਲ ਹੁੰਦਾ ਸੀ ਹਮੇਸ਼ਾ, ਕਿਉਂਕਿ ਜਿਹੜਾ ਉਹਨਾਂ ਦਾ ਸ਼ਿਸ਼ ਪਿਆਰਾ ਸੀ ਉਹਦੇ ਵੱਲ ਉਹਨਾਂ ਦਾ ਧਿਆਨ ਸੀ। ਉਹ ਭਾਜੀ ਮਹਾਰਾਜ ਜੀ ਸਤਸੰਗ ਕਰ ਰਹੇ ਆ ਤੇ ਭਾਜੀ ਹੋਣਾ ਵੇਖ ਰਹੇ ਆ। ਇਹ ਕੀ ਹੋਇਆ, ਇਸੇ ਬੈਕ ਤੇ ਪਿੱਛੇ ਇੱਕਦਮ ਸੜਕ ਨਹੀਂ ਸੀ, ਥੋੜਾ ਜਿਹਾ ਹਟਵਾ ਜਾ ਕੇ ਮੇਨ ਸੜਕ ਜਾਂਦੀ ਸ੍ਰੀਨਗਰ ਵੱਲ, ਕੋਈ ਜ਼ਿਆਦਾ ਦੂਰ ਨਹੀਂ ਸੀ ਇੱਥੋਂ, ਸੜਕ ਦੇ ਕੰਢੇ ਤੇ ਹੀ ਸੀ। ਇੱਥੋਂ ਜਿਸ ਤਰ੍ਹਾਂ 50 ਮੀਟਰ ਹੋਵੇ ਉੱਥੇ ਸੜਕ ਸੀ ਵੱਡੀ। ਇਸ ਤਰ੍ਹਾਂ ਸਤਸੰਗ ਚੱਲ ਰਿਹਾ ਹੈ। ਕੀ ਹੋਇਆ, ਏਦਾਂ ਇੱਕ ਕੁੱਤਾ ਆਇਆ, ਉਹ ਵੀ ਏਦਾਂ ਹੀ ਖਲੋ ਗਿਆ ਤੇ ਐਂ ਕਰਕੇ ਜਿੱਥੇ ਮਹਾਰਾਜ ਦਾ ਸਤਸੰਗ ਹੈ ਉੱਧਰ ਨੂੰ ਵੇਖਣ ਲੱਗ ਪਿਆ। ਮਹਾਰਾਜ ਦਾ ਧਿਆਨ ਉੱਧਰ ਸੀ ਗੇਟ ਵੱਲ, ਉਸ ਮਹਾਂਪੁਰਸ਼ ਦਾ ਧਿਆਨ ਉਹਦੇ ਕੁੱਤੇ ਤੇ ਵੀ ਪਿਆ। ਤੇ ਭਾਜੀ ਹੋਣੀ ਉਹਦੀ ਰਮਤ ਸਮਝ ਗਏ। ਭਾਜੀ ਹੋਣਾ ਨੇ ਜਦੋਂ ਕੁੱਤੇ ਵਾਲੇ ਵੇਖਿਆ, ਮੈਨੂੰ ਇੰਨਾ ਪਤਾ ਵੀ ਮੈਂ ਵੀ ਵੇਖਣ ਲੱਗ ਪਿਆ ਭਾਜੀ ਕਿੱਧਰ ਵੇਖ ਰਹੇ ਨੇ, ਤੇ ਉਹ ਰੋ ਰਿਹਾ ਸੀ, ਉਹਦੇ ਅੱਖਾਂ ਚੋਂ ਅੱਥਰੂ ਆ ਰਹੇ ਸੀ ਉਸ ਕੁੱਤੇ। ਕੀ ਹੋਇਆ, ਇੱਕਦਮ ਕੁੱਤਾ ਪਿੱਛੇ ਨੂੰ ਭੱਜ ਗਿਆ। ਉੱਥੋਂ ਦੀ ਸ੍ਰੀਨਗਰ ਜਿਹੜੀ ਮੇਨ ਰੋਡ ਹੈ ਜੰਮੂ ਵੱਲੋਂ ਇੱਧਰੋਂ ਜਿਹੜੀ ਜਾਂਦੀ ਆ, ਉੱਥੇ ਇੱਕ ਬੱਸ ਆ ਰਹੀ ਸੀ, ਉਹਦੇ ਥੱਲੇ ਆਇਆ, ਉਹਦੀ ਚੀਕ ਨਿਕਲੀ, ਉਹ ਥੱਲੇ ਉਹ ਕੁੱਤਾ ਮਰ ਗਿਆ। ਸਤਸੰਗ ਇੱਦਾਂ ਹੀ ਚੱਲ ਰਿਹਾ ਸੀ। ਮਹਾਰਾਜ ਦਾ ਟੌਪਿਕ, ਮਹਾਰਾਜ ਜੀ ਕਿਹੜੇ ਥਿਊਰੀ ਦੇ ਬਾਰੇ ਦੱਸ ਰਹੇ ਸੀ। ਜਦੋਂ ਕੁੱਤੇ ਦੀ ਆਵਾਜ਼ ਆਈ, ਮਹਾਰਾਜ ਜੀ ਨੇ ਇੱਕਦਮ ਸਬਜੈਕਟ ਚੇਂਜ ਕਰ ਦਿੱਤਾ। ਆਂਦੇ ਵੀ ਉਹ ਜਿਹੜੀ ਪਾਵਰ ਆ ਵੀ, ਜੇ ਉਹਦੀ ਅੱਖ ਜਾਨਵਰਾਂ ਦੇ ਨਾਲ ਕਿਸੇ ਦੇ ਨਾਲ ਵੀ ਮਿਲ ਜਾਵੇ ਉਹਨੂੰ ਵੀ ਜਨਮ ਮਿਲਦਾ, ਉਹ ਉਸ ਸਰੀਰ ਦੇ ਵਿੱਚ ਨਹੀਂ ਰਹਿ ਸਕਦਾ ਵੀ। ਆਂਦੇ ਵੀ ਐਡੀ ਵੱਡੀ ਉਹ ਤਾਕਤ ਹੈ। ਇੱਕ ਪਾਸੇ ਉਹ ਸਤਸੰਗ ਕਰ ਰਹੇ, ਦੂਸਰੇ ਪਾਸੇ ਉਹ ਪ੍ਰੈਕਟੀਕਲ ਸ਼ੋ ਹੋ ਰਿਹਾ, ਉਹ ਪਾਵਰ ਹੈ। ਜੇ ਉਹ ਇਹੋ ਜਿਹੀਆਂ ਮੈਨੂੰ ਕਿ ਅਸੀਂ ਅੱਜ ਵੀ ਮੈਂ ਉਹਦੇ ਬਾਰੇ ਤੁਹਾਨੂੰ ਦੱਸ ਰਿਹਾ ਤੇ ਮੇਰੇ ਜਿਸ ਤਰ੍ਹਾਂ ਲੂ ਕੰਡੇ ਖੜੇ ਹੁੰਦੇ ਆ, ਕਿਉਂਕਿ ਇਹ ਅੱਖੀਂ ਦੇਖੀ ਚੀਜ਼ ਹੈ। ਆਂਦੇ ਜੇ ਉਹਦਾ ਭਲਾ ਕਰ ਸਕਦਾ ਤੇ ਸਾਨੂੰ ਤੇ ਫੇਰ ਉਹਨੇ ਇਨਸਾਨੀ ਸਰੀਰ ਦਿੱਤਾ ਹੋਵੇ। ਜੇ ਉਹਨੇ ਸਾਨੂੰ ਉਹ ਇਨਸਾਨੀ ਸਰੀਰ ਦਿੱਤਾ ਹੋਵੇ, ਸਾਡਾ ਜਿਹੜਾ ਜ਼ਿੰਮੇਵਾਰੀ ਆ ਉਹਦੇ ਤੋਂ ਹੋਰ ਬਹੁਤ ਉੱਚੀ ਹੈ। ਇਸ ਤਰ੍ਹਾਂ ਕਿ
ਪਾਣੀ ਆ ਵੀ ਉਹਦਾ ਸੋਰਸ ਥੱਲੇ ਨੂੰ ਆ ਵੀ ਅੱਗ ਦਾ ਉੱਪਰ ਨੂੰ ਆ। ਸੋ ਇਸੇ ਤਰ੍ਹਾਂ ਵੀ ਸਾਡੀ ਜਿਹੜੀ ਸੋਚ ਆ ਵੀ ਉਹ ਉੱਚੀ ਹੋਣੀ ਚਾਹੀਦੀ ਹੈ। ਮੈਂ ਦੇਹਰਾਦੂਨ ਦੀ ਗੱਲ ਹੈ, ਮੈਂ ਅੱਜ ਉਹ ਕੁਝ ਦੱਸ ਰਿਹਾ ਜੋ ਮੈਂ ਆਪਣੇ ਕੰਨੀ ਸੁਣਿਆ। ਮਹਾਰਾਜ ਜੀ ਬੈੱਡ ਤੇ ਬੈਠੇ ਸੀ, ਭਾਜੀ ਹੋਣੀ ਬੈਠੇ ਸੀ, ਮੈਂ ਵੀ ਨਾਲ ਸੀ, ਬੀਜੀ ਹੁਣ ਸਾਰੇ ਅਸੀਂ ਇਕੱਠੇ ਬੈਠੇ ਸੀ। ਕੋਈ ਗੱਲ ਹੋ ਰਹੀ ਸੀ, ਮਹਾਰਾਜ ਜੀ ਆਂਦੇ ਹੋਸ਼ ਕਰੋ ਵੀ ਸਭ ਜੁਗ ਆ ਰਿਹਾ। ਭਾਜੀ ਹੋਣੇ ਸਤਸੰਗ ਚ ਬੜੀ ਵਾਰੀ ਸੁਣਿਆ। ਆਂਦੇ ਵੀ ਰਸਤਾ ਲੰਮਾ ਹੋ ਜਾਏਗਾ ਜੇ ਅੱਜ ਤੁਸੀਂ ਆ ਨਾ ਕਰੋਗੇ। ਬੜੇ ਮੈਂਬਰ ਬੈਠੇ। ਉਸ ਵੇਲੇ ਉਹ ਚੀਜ਼ ਸ਼ਾਇਦ ਸਾਡੇ ਵਾਸਤੇ ਸਮਝਣ ਤੋਂ ਬਾਹਰ ਸੀ, ਪਰ ਅੱਜ ਉਹ ਸਮਝ ਆਉਣੀ ਸ਼ੁਰੂ ਹੋ ਗਈ ਹੈ। ਇਸ ਕਰਕੇ ਭਾਜੀ ਹੋਣਾ ਨੇ ਸਤਸੰਗ ਦੇ ਵਿੱਚ, ਬੀਜੀ ਹੋਣਾ ਨੇ ਬੜਾ ਖੋਲ ਕੇ ਦੱਸਿਆ ਕਿ ਜੋ ਟਾਈਮ ਅੱਜ ਆ ਉਹ ਬੜਾ ਮੁਸ਼ਕਲ ਹੋ ਜਾਏਗਾ। ਅੱਜ ਸਾਡੇ ਕੋਲ ਇਹੋ ਜਿਹਾ ਚਾਂਸ ਆ ਕਿ ਅਸੀਂ ਟਾਈਮ ਕੁਛ ਵੀ ਹੋਵੇ, ਪਰ ਇਸ ਟਾਈਮ ਦੇ ਵਿੱਚ ਉਹ ਪਾਵਰ ਜਿਸ ਤਰ੍ਹਾਂ ਆਪਾਂ ਨੂੰ ਵਾਪਸ ਖੜ ਰਹੀ ਆ, ਉਸੇ ਪੁਰਾਣੇ ਟਾਈਮ ਦੇ ਮੁਤਾਬਕ ਖੜ ਰਹੀ ਆ। ਚਾਂਸ ਅੱਜ ਵੀ ਸਾਡੇ ਕੋਲ ਓਨਾ ਹੀ ਹੈ। ਜੇ ਅਸੀਂ ਇਹਨੂੰ ਰਸਤਾ ਲੰਮਾ ਕਰ ਲਿਆ ਤਾਂ ਬਹੁਤ ਹੀ ਦੇਰ ਹੋ ਜਾਏਗੀ। ਇਹ ਉਹਨਾਂ ਦੇ ਲਫ਼ਜ਼ ਸੀ। ਸੋ ਵੀ ਬੜੀ ਪੁਰਾਣੀ ਸੰਗਤ ਦੇ ਮੈਂਬਰ ਹਨ, ਮੈਂ ਉਹਨਾਂ ਨੂੰ ਕੀ ਦੱਸ ਸਕਦਾ ਵੀ ਤੁਹਾਨੂੰ ਸਭ ਕੁਝ ਹੀ ਪਤਾ ਉਸ ਪਾਵਰ ਦੇ ਬਾਰੇ। ਕਿਸੇ ਨੇ ਮਹਾਰਾਜ ਜੀ ਨੂੰ ਦੇਖਿਆ, ਕਿਸੇ ਨੇ ਭਾਜੀ ਹੋਣਾ ਨੂੰ, ਕਿਸੇ ਨੇ ਬੀਜੀ ਹੋਣਾ ਨੂੰ। ਪਰ ਇੱਕ ਗੱਲ ਹੈ ਕਿ ਉਸ ਪਾਵਰ ਨੇ ਕਦੀ ਵੀ ਆਪਣੇ ਜਿਹੜਾ ਸ਼ਿਸ਼ ਹੈ ਵੀ ਉਹਦੀ ਕਦੀ ਪਿੱਠ ਨਹੀਂ ਲੱਗਣ ਦਿੰਦਾ। ਉਹ ਆਂਦੇ ਸੀ ਜ਼ਿੰਦਗੀ ਦੇ ਵਿੱਚ ਕੋਈ ਵੀ ਕੰਮ ਕਰੋ, ਉਹ ਹਰ ਇੱਕ ਚੀਜ਼ ਦਾ ਪ੍ਰਸ਼ਾਦ ਬਣਾ ਦਿੰਦਾ। ਤੁਸੀਂ ਪਰਿਵਾਰਕ ਤੌਰ ਤੇ ਕੋਈ ਕੰਮ ਕਰੋ, ਉਹ ਵੀ ਪ੍ਰਸ਼ਾਦ ਬਣਾ ਦੇਗਾ। ਜੇ ਤੁਸੀਂ ਉਸਦੀ ਸੋਚ ਦੇ ਮੁਤਾਬਕ ਚਲੋ, ਉਸ ਹਰ ਇੱਕ ਚੀਜ਼ ਨੂੰ ਪ੍ਰਸ਼ਾਦ ਬਣਾ ਦੇਗਾ। ਤੇ ਪ੍ਰਸ਼ਾਦ ਦਾ ਕੀ ਮਤਲਬ, ਜਿਹਦਾ ਕੋਈ ਅੰਤ ਹੀ ਨਹੀਂ ਹੈਗਾ। ਉਹ ਮਿਰਕਲਸ ਨਹੀਂ ਕਰਦਾ ਵੀ, ਉਹ ਪ੍ਰਸ਼ਾਦ ਬਣਾ ਦਿੰਦਾ। ਤੁਹਾਡੀ ਸੋਚ ਜਿਹੜੀ ਆ ਉਹ ਪ੍ਰਸ਼ਾਦ ਬਣਾ ਦਿੰਦਾ। ਉਹ ਪਰਿਵਾਰ ਨੂੰ ਵੀ ਕਿਤੇ ਨਾ ਕਿਤੇ ਲੈ ਜਾਂਦਾ ਹੈ। ਮਹਾਰਾਜ ਦੇ ਬਾਰੇ ਇੱਕ ਵਾਰੀ ਮੈਨੂੰ ਦੱਸਿਆ ਸੀ, ਆਂਦੇ ਜਦੋਂ ਬਾਬਾ ਸਾਵੰਤ ਸਿੰਘ ਜੀ ਦੇ ਵੇਲੇ ਇੱਕ ਵਾਰੀ ਉਹਨਾਂ ਨੇ ਵਾਪਸ ਜਾਣਾ ਸੀ ਤੇ ਸਟੇਸ਼ਨ ਤੇ ਬੈਠੇ, ਟ੍ਰੇਨ ਲੇਟ ਹੋ ਗਈ, ਉਹਨਾਂ ਨੇ ਆਪਣੇ ਕੰਮ ਤੇ ਜਾਣਾ ਸੀ ਤੇ ਜਦੋਂ ਲੇਟ ਹੋ ਗਏ ਤੇ ਉਹਨਾਂ ਨੇ ਸੋਚਿਆ ਵੀ ਚਲੋ ਜਿੰਨਾ ਚਿਰ ਟ੍ਰੇਨ ਨਹੀਂ ਆਉਂਦੀ ਉਹਨਾਂ ਚਿਰ ਮੈਂ ਭਜਨ ਤੇ ਬੈਠ ਜਾਂਦਾ। ਸੁਣਿਆ ਹੋਏਗਾ ਤੁਸੀਂ, ਭਾਜੀ ਹੋਣਾ ਨੇ ਦੱਸਿਆ। ਆਂਦੇ ਮਹਾਰਾਜ ਜੀ ਉੱਥੇ ਜਿਹੜੇ ਸਟੇਸ਼ਨ ਤੇ ਬੈਠਣ ਦੀ ਜਗ੍ਹਾ, ਉੱਥੇ ਭਜਨ ਤੇ ਬੈਠ ਗਏ। ਉਹ ਅੰਦਰ ਇੰਨੇ ਲੀਨ ਹੋ ਗਏ, ਟ੍ਰੇਨ ਆਈ ਚਲੀ ਗਈ। ਦੂਜੀ ਮੈਂ ਅਗਲੇ ਦਿਨ ਆਉਣੀ ਸੀ, ਥੋੜੀ ਲੇਟ ਆਉਣੀ ਸੀ। ਉਹ ਦਿਨ ਹੀ ਜਿਹੜਾ ਡਿਊਟੀ ਤੇ ਸੀ, ਉਹ ਬਾਅਦ 'ਚ ਮਹਾਰਾਜ ਸੋਚਣ ਲੱਗ ਪਏ, ਉਹ ਮੈਂ ਜ਼ਿੰਦਗੀ ਦੇ ਵਿੱਚ ਕਦੀ ਉਹ ਡਿਊਟੀ ਮਿਸ ਨਹੀਂ ਕੀਤੀ, ਅੱਜ ਤੇ ਮੇਰੇ ਲਈ ਮੁਸ਼ਕਲ ਹੋ ਗਿਆ। ਆਂਦੇ ਜਦੋਂ ਅਗਲੇ ਦਿਨ ਗਏ, ਕਿਉਂਕਿ ਉਦੋਂ ਕਿਹੜੇ ਟੈਲੀਫੋਨ ਹੁੰਦੇ ਸੀ, ਆਂਦੇ ਜਦੋਂ ਉਹ ਗਏ ਦਫ਼ਤਰ ਦੇ ਵਿੱਚ ਗਏ ਤੇ ਸੋਚ ਰਹੇ ਸੀ ਮੈਂ ਕਿਸ ਤਰ੍ਹਾਂ ਕਹਾਂ ਵੀ ਮੈਂ ਆਇਆ ਨਹੀਂ। ਆਂਦੇ ਦਫ਼ਤਰ ਵਾਲੇ ਸਾਰੇ ਕਹਿ ਰਹੇ ਸੀ, ਮਹਾਰਾਜ ਜਿਹੜੇ ਤੁਸੀਂ ਕੱਲ ਸਾਈਨ ਕੀਤੇ ਸੀ ਤੁਸੀਂ ਤੇ ਕਰ ਗਏ ਸੀ ਸਾਰੇ। ਤੇ ਆਂਦੇ ਤੁਸੀਂ ਤੇ ਗੱਲ ਆਏ ਸੀ,
ਬਾਬਾ ਸਾਮਲ ਸਿੰਘ ਨੇ ਕਿਹਾ ਆਂਦੇ ਤੂੰ ਲੇਟ ਹੋ ਗਿਆ, ਪਰ ਉਹਦਾ ਰੂਪ ਧਾਰ ਕੇ ਪੂਰੀ ਡਿਊਟੀ ਉਹਨਾਂ ਨੇ ਕੀਤੀ। ਇਹੀ ਚੀਜ਼ ਭਾਜੀ ਹੁਣਾਂ ਦੇ ਨਾਲ ਹੋਈ। ਨਾਕਲਾਂ ਦੇ ਵਿੱਚ ਉਹਨਾਂ ਦੇ ਪੇਸ਼ੈਂਟ ਆਏ, ਉਹਨਾਂ ਨੇ ਦਿੱਲੀ ਜਾਣਾ ਸੀ ਜਲਦੀ ਜਲਦੀ। ਪੇਸ਼ੈਂਟ ਦਾ ਕੋਈ ਆਪਰੇਸ਼ਨ ਸੀ। ਉਹਨਾਂ ਨੇ ਕੀ ਕਿਹਾ, ਆਂਦੇ ਕੋਈ ਗੱਲ ਨਹੀਂ, ਮੇਰਾ ਡਾਕਟਰ ਵਾਕਫ ਹੈ, ਮੈਨੂੰ ਫੋਨ ਕਰ ਦਾਂਗਾ ਕਿ ਤੇਰਾ ਬਹੁਤ ਖਿਆਲ ਰੱਖੇਗਾ, ਨਾਲੇ ਤੈਨੂੰ ਬਹੁਤ ਸਸਤਾ ਕਰੇਗਾ। ਮੈਂ ਦਿੱਲੀ ਜਾਣਾ ਸੀ, ਉਹਨਾਂ ਨੂੰ ਭਾਜੀ ਉਹਨਾਂ ਨੂੰ ਚੇਤਾ ਭੁੱਲ ਗਿਆ, ਦਿੱਲੀ ਚਲੇ ਗਏ। ਅਤੇ ਜਦੋਂ ਵਾਪਸ ਆਏ ਤਾਂ ਉਹ ਪੇਸ਼ੈਂਟ ਉਹ ਡੱਬਾ ਵੀ ਲੈ ਕੇ ਆਇਆ ਧੰਨਵਾਦ ਕਰਨ ਲਈ ਕਿ ਤੁਸੀਂ ਫੋਨ ਕੀਤਾ ਸੀ, ਉਸ ਵੇਲੇ ਮੈਂ ਉੱਥੇ ਹੀ ਸੀ ਅਤੇ ਮੇਰਾ ਆਪਰੇਸ਼ਨ ਬਹੁਤ ਵਧੀਆ ਹੋਇਆ। ਭਾਜੀ ਹੁਣੀ ਪਹਿਲਾਂ ਤੋਂ ਦਿਲ ਵੇਖ ਕੇ ਹੋਇਆ, ਉਹ ਮਿੰਟ ਚੇਤਾ ਭੁੱਲ ਗਿਆ। ਕਹਿੰਦੇ ਨਹੀਂ ਜੀ, ਤੁਹਾਡਾ ਫੋਨ ਆਇਆ ਸੀ ਜਦੋਂ ਮੈਂ ਡਾਕਟਰ ਦੇ ਕੋਲ ਹੀ ਬੈਠਾ ਸੀ। ਮਹਾਰਾਜ ਨੇ ਕੀ ਕਿਹਾ ਜਦੋਂ ਗਏ, ਆਂਦੇ ਕੋਈ ਗੱਲ ਨਹੀਂ ਵੀ, ਜਦੋਂ ਵਾਅਦਾ ਕਰੋ ਧਿਆਨ ਰੱਖਿਆ ਕਰੋ, ਜੇ ਬਾਈ ਚਾਂਸ ਤੁਹਾਨੂੰ ਭੁੱਲ ਜਾਂਦਾ ਉਸ ਪਾਵਰ ਨੂੰ ਵਿੱਚ ਕਰਨਾ ਪੈਂਦਾ ਸਭ ਕੁਝ। ਵੀ ਜੇ ਉਹ ਇੱਕ ਛੋਟੇ ਵਾਅਦੇ ਦੇ ਕਰਕੇ ਉਹ ਪਾਵਰ ਹੈ ਵੀ, ਤੇ ਸਾਡੀਆਂ ਜਿਹੜੀਆਂ ਜ਼ਿੰਦਗੀਆਂ ਦੀਆਂ ਮੁਸ਼ਕਲਾਂ ਵਾ ਉਹ ਕਿਤੇ ਪਿੱਛੇ ਰਹਿਣ ਦੇਗਾ। ਸੋ ਆਪਣੇ ਜੀਵਨ ਦੇ ਨਾਲ ਜੁੜੀਆਂ ਚੀਜ਼ਾਂ ਜਿਹੜੀਆਂ ਮੈਂ ਦੱਸ ਰਿਹਾ, ਜਿਹੜੇ ਕਿ ਸਾਡੀ ਰੋਜ਼ ਦੀ ਜ਼ਿੰਦਗੀ ਦੇ ਨਾਲ ਵਾਪਰਦੀਆਂ ਨੇ, ਉਹ ਮਹਾਰਾਜ ਜੀ ਕਿਸ ਤਰ੍ਹਾਂ ਸਾਡੀਆਂ ਹੱਲ ਕਰਦੇ ਸੀ। ਇਹ ਉਸ ਵੇਲੇ ਕਰਦੇ ਸੀ, ਉਹ ਅੱਜ ਵੀ ਕਰ ਰਹੇ ਨੇ। ਆਪਾਂ ਇੱਕ ਐਗਜ਼ਾਮਪਲ ਦੇ ਤੌਰ ਤੇ ਮੈਂ ਜ਼ਿਆਦਾ ਟਾਈਮ ਨਹੀਂ ਲੈਣਾ ਕਿ ਆਂਦੇ ਜਿਹੜੇ ਕੋਈ ਨਾਲੀ ਦੇ ਵਿੱਚ ਕੋਈ ਕੀੜਾ, ਕੋਈ ਚੀਜ਼ ਲਾ ਲਓ, ਕੋਈ ਜਾਨਵਰ ਲਾ ਲਓ ਜਿਹੜਾ ਗੰਦਗੀ ਦੇ ਵਿੱਚ ਰਹਿੰਦਾ ਹੋਵੇ, ਆਂਦੇ ਉਹ ਗੰਦਗੀ ਦੇ ਵਿੱਚ, ਪਾਣੀ ਦੇ ਵਿੱਚ ਵੀ ਉਹਨੂੰ ਇੰਨਾ ਆਨੰਦ ਆਉਂਦਾ ਜਿੰਨਾ ਸਾਨੂੰ ਬੜੇ ਕੀਮਤੀ ਸੋਫਿਆਂ 'ਤੇ ਬਹਿ ਕੇ, ਗੱਦਿਆਂ 'ਤੇ ਰਹਿ ਕੇ ਸਾਨੂੰ ਆਨੰਦ ਆਉਂਦਾ, ਉਹਨੂੰ ਵੀ ਇੰਨਾ ਹੀ ਆਉਂਦਾ। ਰੱਬ ਨੇ ਉਹਦੀ ਸੋਚ ਇੱਦਾਂ ਦੀ ਦਿੱਤੀ ਹੈ ਵੀ ਉਹ ਗੰਦ ਦੇ ਵਿੱਚ ਖੁਸ਼ ਹੈ। ਸਾਨੂੰ ਉਹਨੇ ਹੋਸ਼ ਦਿੱਤੀ ਹੈ ਕਿ ਜਦੋਂ ਅਸੀਂ ਉਹਦੇ ਵੱਲ ਵੇਖਦੇ ਹਾਂ ਤੇ ਸਾਨੂੰ ਗੰਦ ਨਜ਼ਰ ਆਉਂਦਾ ਵੀ ਉਹ ਗੰਦ ਦੇ ਵਿੱਚ ਕਿਸ ਤਰ੍ਹਾਂ ਪਿਆ ਹੈ। ਪਰ ਮਾਲਕ ਨੇ ਵੀ ਸਾਨੂੰ ਇੱਕ ਆਕਾਸ਼ ਤਰਤ ਦਿੱਤਾ ਵੀ, ਉਹ ਇਸ ਕਰਕੇ ਅਸੀਂ ਸੋਚ ਰਹੇ ਦੇਖ ਲੈਂਦੇ ਹਾਂ ਵੀ ਉਹ ਗੰਦ ਦੇ ਵਿੱਚ ਆ ਵੀ ਉਹ ਕਿਸ ਤਰ੍ਹਾਂ ਦਾ ਜੀਵਨ ਹੈ, ਉਹਦਾ ਮਾੜਾ ਵੀ ਪਸ਼ੂ ਦਾ ਜੀਵਨ, ਕਿਉਂਕਿ ਸਾਡੇ ਵਿੱਚ ਉਹ ਪਾਵਰ ਹੈ ਦੇਖਣ ਦੀ। ਪਰ ਜੇ ਅਸੀਂ ਮਾਲਕ ਦੀ ਨਜ਼ਰ ਦੇ ਨਾਲ ਦੇਖੀਏ ਤੇ ਉਹ ਵੀ ਸਾਨੂੰ ਇਸ ਨਜ਼ਰ ਦੇ ਨਾਲ ਦੇਖਦਾ ਕਿ ਅਸੀਂ ਆਪਣੇ ਜੀਵਨ ਦੇ ਗੰਦ 'ਚ ਕਿੱਦਾਂ ਲੇਟੀਆਂ ਮਾਰ ਰਹੇ ਹਾਂ। ਜਿਸ ਤਰ੍ਹਾਂ ਅਸੀਂ ਇੱਕ ਉਹਨੂੰ ਦੇਖਦੇ ਹਾਂ ਕਿਸ ਤਰ੍ਹਾਂ ਹੈ ਗੰਦ ਦੇ ਵਿੱਚ ਉਹ ਖੁਸ਼ ਆ, ਤੇ ਉਹ ਦੇਖਦਾ ਕਿ ਦੁਨੀਆਦਾਰੀ ਦੇ ਉਸ ਝਮੇਲੇ ਦੇ ਵਿੱਚ ਅਸੀਂ ਕਿਸ ਤਰ੍ਹਾਂ ਖੁਸ਼ ਹਾਂ, ਤੇ ਉਹ ਸਾਨੂੰ ਤੇ ਉਹ ਕੱਢਣ ਵਾਸਤੇ ਉਹਨੇ ਸਾਨੂੰ ਹੋਸ਼ ਦਿੱਤੀ ਹੈ। ਤੇ ਉਸ ਹੋਸ਼ ਦੇ ਵਿੱਚ ਇੰਨੀ ਤਾਕਤ ਆ, ਉਹਦੇ ਵਿੱਚ ਇੱਕ ਦ੍ਰਿੜ ਇਰਾਦੇ ਦੀ ਲੋੜ ਹੁੰਦੀ ਹੈ। ਹੁਣ ਮਹਾਰਾਜ ਜੀ ਕੀ ਕਹਿੰਦੇ ਹੁੰਦੇ, ਹਮੇਸ਼ਾ ਕਹਿੰਦੇ ਹੁੰਦੇ ਸੀ ਕਿ ਜੀਵਨ ਦੀ ਪੜਤਾਲ ਵਾਸਤੇ ਡਾਇਰੀ ਰੱਖੋ, ਕਿਉਂਕਿ ਅਸੀਂ ਆਪਾਂ ਐਗਜ਼ਾਮਪਲ ਤੌਰ ਤੇ ਲਈਏ ਕਿ ਸਾਡੀ ਆਤਮਾ ਨੂੰ ਪਤਾ ਅਸੀਂ ਕੀ ਕਹਿ ਰਹੇ ਹਾਂ। ਕਿਸੇ ਦਾ ਆਪਰੇਸ਼ਨ ਹੋਇਆ, ਉਹ ਆਂਦਾ ਵੀ ਚਲੋ ਮੇਰੀ ਕਿਸੇ ਦੀ ਬਾਂਹ ਟੁੱਟ ਗਈ, ਚਲੋ ਮੇਰੀ ਬਾਂਹ ਟੁੱਟ ਗਈ, ਮੇਰੀ ਲੱਤ ਟੁੱਟ ਗਈ, ਠੀਕ ਹੋ ਗਿਆ, ਮੇਰਾ ਆਹ ਕੁਛ ਹੋਇਆ। ਮੇਰਾ ਤੇ ਬਾਂਹ ਦਾ ਕੀ ਫਰਕ ਹੈ? ਫਿਰ ਕਹਿੰਦਾ ਮੇਰਾ ਸਰੀਰ ਠੀਕ ਨਹੀਂ ਆ। ਮੇਰਾ ਕੀ ਤੇ ਸਰੀਰ ਕੀ?
दो चीज़ां ਵੱਖਰੀਆਂ हो गई ना, क्योंकि मालिक ने एक ਇਹੋ ਜਿਹੀ आत्मा ਦੇ ਵਿੱਚ चीज़ पाई है कि ਅਸੀਂ सच्चाई तो बिना बोल ही नहीं सकते, जो मर्जी कर लो, क्योंकि आत्मा जिहड़ी आ वो सच्चाई ही बोलती है भी मैं, मेरी माँ, मेरा आ, मेरा ओ। पर जिहड़ा मन है भी उन्हें एक बड़ा दृढ़ इरादा होगा भी उन्हें सानू सोच, उस सोच दे विच सानू सोचण ही नहीं देंदा कि मैं कह की रहा। जे मन ने सोचण, जे सोचे उस वेले सानू होश आ जाती है, ओह मैं तो कुछ होर चीज़ है। सो मन की ड्यूटी है उस सोच तो, उस असलीयत तो दूर ले जाना। तो जी आत्मा वा उसकी ड्यूटी है हमेशा सच्चाई बोलना। सो फैसला किन्ने करना, असी खुद करना। जिहड़ा मालिक ने नाम दिता भी उन्हें दिता वा, उन्हें इन्नी ताकत दिती है भी कि जैसे थोड़ा जा भी आत्मा की आवाज़ के मगर चलीए तो वो जी पावर है इन्नी मदद करती, इन्नी मदद करती है कि फिर सब तो वड्डा जिहड़ा काम है भी ਉਹਦੇ ਤੇ ਵੀ ਛੱਡਦੀ ਹੈ। मालिक के मुताबिक चलिए, ਉਹਦੀ रजा ਦੇ ਛੱਡਣਾ ਛੱਡੀਏ, फिर कोई भी दुनिया की ताकत नहीं है ਜਿਹੜੀ इंसान ਨੂੰ ਜਿਹੜੀ ਆ ਉਹ ਥੱਲੇ ਲੈ ਜਾਏਗੀ। ਉਹ इंसान भी दुनिया का सब तो अमीर आदमी होएगा ਜਿਹੜਾ इस चीज़ ਨੂੰ कर दूगा। मालिक की नज़र च वो अमीर है। तो यही चीज़ है भी जे उस वेले महाराज जी आखते होंदे सी डायरी रखो, तो वो जेडे क्योंकि महापुरुषों के जो भी उन्होंने वचन किए हैं भी वो हमेशा ही अटल होंदे। सानू बाहरी तौर पर कोई सोचने की लोड़ नहीं, किसी ने डायरी चेक नहीं करनी भी। महाराज ने की किया, आंदे भी डायरी रखो वो दो आवाज़ों वास्ते भी, क्योंकि मन जिहड़ा वा वो मजबूर करता तेरी गलती का तेनों पता ही ना लगे। इस तरह की एक किताब है कि किताब बड़ी मदद भी करती है, तो किताब जिहड़ी आ वो सब तो ज़्यादा धोखा भी वही करती है। या आज्ञा भी वो मदद करती है तो जला भी वही देती है। मैं किताब का क्यों कहना, स्टूडेंट है भी वो किताब तो नॉलेज लेंदे आ, पढ़ाई करते हैं। फिर किताब कदों धोखा करती है, जदों पेपर आ जाते हैं किताब तो पढ़ते स्टूडेंट समझते हाँ भी मैनूं आउंदा, कहते किताब नूं पढ़न रखो फिर पता लगता आउंदा कि नहीं आउंदा। सो उस वेले टाइम होंदा किताब नूं साइड पर रख के फिर पता लगता भी सानूं आउंदा कि नहीं कुछ स्टूडेंट वास्ते। इनू धोखा देंगे। तो यही धोखा दूजा भी असी गलतियां करते हैं, अं समझते कोई गल नहीं भी अं तो बहुत ठीक है। आंदे तुसीं लिखती रूप च लै आओ भी अपने अज असी कितनी बारी झूठ बोलिया महाराज, कोई नहीं देखेगा, सिर्फ जिहड़ा लिखेगा वो देखेगा, एक जिहड़ा मालिक है वो देखेगा। डायरी हर महीने रखिए जिस तरह उन्होंने कहा, उहदे नाल की होएगा जो सारे साल दी इकट्ठियां होणगियां, वेखना भी जनवरी की डायरी ते दसंबर की डायरी च साडे च की फर्क है। महाराज जी कहते जिहड़ियां गलतियां साडे रूप साडी नज़र के अगे आउणियां शुरू हो जाणगियां, फिर कहांगे वो इन्ना झूठ बोलदियां सी। जो सानू पता लग जाए फिर असी उसनू घटाना शुरू कर देंगे। अब मैं एक एग्जाम्पल देना तुहानू, असी कोई चीज़ इहो जी खाने जिहदे विच बड़ी खंड होवे, जे कोई दस दवे भी इहदे च
ਇੰਨੇ ਚਿਮਚੇ ਖੰਡ ਆ, ਇੰਨਾ ਕੁਛ ਆ। ਤੇ ਜਦੋਂ ਪਤਾ ਲੱਗ ਜਾਏਗਾ ਉਹ ਇਹ ਤੇ ਫਿਰ ਮੈਂ ਛੱਡ ਹੀ ਦੇਣਾ, ਇਹ ਤੇ ਮੇਰਾ ਨੁਕਸਾਨ ਬੜਾ ਕਰਦੀ। ਜਦੋਂ ਅਸੀਂ ਜਾਣਾਂਗੇ ਨਹੀਂ ਤੇ ਅਸੀਂ ਹੋ ਸਕਦਾ ਲੀਟਰ ਪੀਜੀਏ ਰੋਜ਼ ਦਾ। ਤੇ ਇਹੀ ਚੀਜ਼ ਹੈ ਵੀ ਜੇ ਸਾਨੂੰ ਪਤਾ ਲੱਗ ਜੇ ਵੀ ਅਸੀਂ ਅਸਲੀਅਤ ਦੇ ਵਿੱਚ ਇਹੋ ਜਿਹੀਆਂ ਗਲਤੀਆਂ ਕਰਦੇ ਹਾਂ ਤੇ ਸਾਡੀ ਨਜ਼ਰ ਦੇ ਸਾਹਮਣੇ ਆ ਜਾਣ ਤੇ ਉਹ ਆਟੋਮੈਟਿਕਲੀ ਘਟਣੀਆਂ ਸ਼ੁਰੂ ਹੋ ਜਾਂਦੀਆਂ, ਕਿਉਂਕਿ ਉਹ ਸਾਡੀ ਅੱਗੇ ਆ ਜਾਏ। ਜਿਹੜਾ ਮਨ ਆ ਵੀ ਉਹ ਨਹੀਂ ਕਰਨ ਦਿੰਦਾ। ਆਂਦੇ ਕਰੋ ਕਿਸੇ ਥਰਡ ਪਰਸਨ ਨੂੰ ਦਿਖਾਉਣ ਦੀ ਲੋੜ ਹੀ ਨਹੀਂ ਹੈ। ਇੱਕ ਫੈਸਲਾ ਕਰੋ ਵੀ ਜੇ ਮੈਂ ਅੱਜ ਝੂਠ 50 ਵਾਰੀ ਬੋਲਿਆ ਤੇ ਮੈਂ ਅਗਲੀ ਵਾਰੀ 40 ਵਾਰੀ ਬੋਲਣਾ, ਅਗਲੇ ਮਹੀਨੇ ਅਗਲੀ ਵਾਰੀ 30 ਵਾਰੀ। ਮਹਾਰਾਜ ਜੀ ਕੀ ਕਹਿੰਦੇ ਆ, ਆਂਦੇ ਜੇ ਤੁਹਾਡੀ ਡਾਇਰੀ 'ਚ ਚੀਜ਼ਾਂ ਘਟਦੀਆਂ ਜਾਣਗੀਆਂ ਤੇ ਤੱਕੜੀ ਵਾਲਾ ਹਿਸਾਬ ਆ ਵੀ ਇੱਕ ਪਾਸੇ ਵੱਟੇ ਪਾਓਗੇ, ਦੂਜੇ ਪਾਸੇ ਸਮਾਨ ਰੱਖੋਗੇ, ਬਰਾਬਰ ਹੁੰਦਾ ਜਾਏਗਾ। ਇਹ ਨਹੀਂ ਹੈ ਕਿ ਉਹਦਾ ਕੋਈ ਰਿਜ਼ਲਟ ਨਾਲੋਂ ਨਾਲ ਮਿਲਦਾ, ਬਾਅਦ ਦੇ ਵਿੱਚ ਨਹੀਂ ਮਿਲਦਾ। ਮਹਾਰਾਜ ਦੇ ਵੇਲੇ ਕਈ ਇਹੋ ਜਿਹੀ ਡਾਇਰੀ ਬਣਾਉਂਦੇ ਹੁੰਦੇ ਸੀ, ਬੜਾ ਵਧੀਆ, ਬਹੁਤ ਵਧੀਆ ਕਈ ਮੈਂਬਰ ਸੀ, ਵਧੀਆ ਲਿਖ ਕੇ ਗਏ। ਮਹਾਰਾਜ ਕਹਿੰਦੇ ਅੱਛਾ ਜਿਸ ਹਿਸਾਬ ਨਾਲ ਤੁਹਾਡੀ ਡਾਇਰੀ ਆ ਉਸ ਮੁਤਾਬਕ ਤੁਹਾਡੀ ਬਹੁਤ ਤਰੱਕੀ ਹੋ ਗਈ ਹੋਏਗੀ। ਕਹਿੰਦੇ ਨਹੀਂ ਜੀ ਕੁਛ ਵੀ ਨਹੀਂ ਹੋਈ। ਮਹਾਰਾਜ ਕਹਿੰਦੇ ਫਿਰ ਆਂਦੇ ਦੋਵਾਂ 'ਚ ਫਿਰ ਇੱਕ ਗਲਤੀ ਤਾਂ ਹੋਏਗੀ, ਜਾਂ ਤੁਸੀਂ ਅੰਦਰ ਜਾਂਦੇ ਹੋਵੋਗੇ, ਜੇ ਅੰਦਰ ਨਹੀਂ ਜਾਂਦੇ ਤਾਂ ਫਿਰ ਡਾਇਰੀ ਗਲਤ ਹੈ। ਆਂਦੇ ਦੋ ਚੀਜ਼ਾਂ ਦਾ ਮਾਲਕ ਜਿਹੜਾ ਵਾ ਵੀ ਉਹ ਬੇਇਨਸਾਫ ਨਹੀਂ ਕਰਦਾ, ਬੇਇਨਸਾਫੀ ਨਹੀਂ ਹੈ। ਅੱਜ ਕਰੋ, ਅੱਜ ਉਹਦਾ ਰਿਜ਼ਲਟ ਮਿਲੇਗਾ, ਉਸੇ ਦਿਨ ਹੀ ਮਿਲੇਗਾ। ਤੋ ਇਹ ਮਹਾਰਾਜ ਜੀ ਸੰਤ ਕਿਰਪਾਲ ਸਿੰਘ ਦੀ ਤਾਲੀਮ ਹੈ ਵੀ ਆਪਾਂ ਇਸ 'ਤੇ ਚੱਲਣਾ। ਆਪਾਂ ਕੋਈ ਇਹੋ ਜਿਹੀ ਕੋਈ ਅਸੀਂ ਫਜ਼ੂਲ ਕੋਈ ਗੱਲ ਨਹੀਂ ਕਰ ਰਹੇ, ਇਹ ਇਨਸਾਨ ਦੇ ਬਣਨ ਵਾਸਤੇ ਕਰ ਰਹੇ। ਉਹ ਉਹਨਾਂ ਦਾ ਮਿਸ਼ਨ ਆ, ਅੱਜ ਵੀ ਹੋਈ ਹੈ। ਅੱਜ ਵੀ ਅਸੀਂ ਉਹਨਾਂ ਨੂੰ ਮੁੱਖ ਰੱਖ ਕੇ ਸਭ ਬੈਠੇ ਹਾਂ ਇੱਥੇ, ਹੋਰ ਕੋਈ, ਕਿਉਂਕਿ ਜਦੋਂ ਸਾਨੂੰ ਪਤਾ ਕਿ ਉਹ ਪਾਵਰ ਕੰਮ ਕਰ ਰਹੀ ਆ ਤੇ ਸਾਡਾ ਮਕਸਦ ਬਾਹਰੀ ਤੌਰ 'ਤੇ ਆ ਵੀ ਅਸੀਂ ਕਰ ਰਹੇ ਕੰਮ। ਅਸੀਂ ਬੜੇ ਲੱਕੀ ਆ ਸਾਰੇ ਜਿਹੜੇ ਬੈਠੇ ਆ ਵੀ ਕਿ ਉਹਦੇ ਕੋਈ ਨਾ ਕੋਈ ਡਿਊਟੀ ਦਿੱਤੀ ਹੋਵੇ। ਜੇ ਕੋਈ ਸਤਸੰਗ ਦੇ ਵਿੱਚ ਵੀ ਆਉਂਦਾ, ਉਹ ਵੀ ਮੈਂ ਤੁਹਾਨੂੰ ਐਗਜ਼ਾਮਪਲ ਦਿੱਤੀ ਸੀ ਉਹ ਸ੍ਰੀਨਗਰ ਦੀ। ਮਹਾਰਾਜ ਨੇ ਬੜਾ ਡਿਟੇਲ 'ਚ ਉਦੋਂ ਦੱਸਿਆ ਸੀ ਦਰਬਾਰ 'ਚ। ਆਂਦੇ ਹੀ ਦੇਖੋ ਉਹਦੀ ਨਜ਼ਰ ਪਈ, ਉਹਨੂੰ ਉਹਨੇ ਇਨਸਾਨੀ ਜਾਮਾਂ ਦੇਣਾ। ਜਸਵੀਰ ਸਿੰਘ ਦੱਸ ਰਹੀ 84 ਲੱਖ ਜੂਨ ਸਭ ਕੱਟੀਆਂ ਜਾਂਦੀਆਂ ਜਦੋਂ ਉਹਦੀ ਨਜ਼ਰ ਉਹਦੇ ਤੇ ਪੈ ਜਾਂਦੀ ਆ, ਉੱਥੇ ਹੀ ਸਟਾਪ ਹੋ ਜਾਂਦਾ। ਆਂਦੇ ਫਿਰ ਕੀ ਹੁੰਦਾ, ਆਂਦੇ ਜਦੋਂ ਰੂਹ ਅਚਾਨਕ ਆਉਂਦੀ ਆ ਵੀ ਉਹਦੀਆਂ ਆਦਤਾਂ ਨਹੀਂ ਬਦਲਦੀਆਂ, ਉਹ ਬੰਦੇ 'ਚ ਇਨਸਾਨ 'ਚ ਉੱਤੇ ਆ ਜਾਂਦਾ। ਫਿਰ ਮਾਲਕ ਕੀ ਕਰਦਾ ਵੀ, ਮਾਲਕ ਜਿਹੜਾ ਵਾ ਆਪਣੇ ਮਿਸ਼ਨ ਦੇ ਵਿੱਚ ਲੈ ਕੇ ਆਉਂਦਾ ਉਹਨੂੰ, ਫਿਰ ਆਸਤੇ ਆਸਤੇ ਉਹਨੂੰ ਤਿਆਰ ਕਰਦਾ ਵੀ ਕਿੰਨੀ ਡਿਊਟੀ ਆ ਉਹਦੀ। ਇਹ ਮਹਾਰਾਜ ਦੀਆਂ ਗੱਲਾਂ, ਮੈਂ ਕੋਈ ਕਿਸੇ ਦੀ ਸੁਣੀ ਨਹੀਂ ਗੱਲ ਕਹਿ ਰਿਹਾ, ਇਹ ਦੱਸਦੇ ਹੁੰਦੇ ਸੀ। ਆਂਦੇ ਫਿਰ ਉਹਨੂੰ ਤਿਆਰ ਕਰਦਾ, ਉਹਦੇ ਜ਼ਿੰਮੇਵਾਰ ਬਣ ਜਾਂਦਾ। ਉਹ ਉਹਨਾਂ ਚਿਰ ਨਹੀਂ ਛੱਡਦਾ ਜਿੰਨਾ ਚਿਰ ਉਹਨੂੰ ਵਾਪਸ ਨਹੀਂ ਜਾਂਦਾ। ਦੇਖੋ ਕਿੰਨੀ ਵੱਡੀ ਡਿਊਟੀ ਆ ਗਈ। ਸੋ ਇਹੀ ਚੀਜ਼ ਹੈ ਵੀ ਇਸ ਕਰਕੇ ਕਿਹਾ, ਮਹਾਰਾਜ ਨੇ ਹਮੇਸ਼ਾ ਕਿਹਾ ਸੀ ਕਿ ਮਿਸ਼ਨ ਦੇ ਵਿੱਚ, ਸਤਸੰਗ ਦੇ ਵਿੱਚ ਉਹ ਮੈਂਬਰ ਆਉਂਦੇ ਜਿਹੜੇ ਉਹ ਆਪ ਲੈ ਕੇ ਆਉਂਦਾ। ਆਪ ਦਾ ਮਤਲਬ ਵੀ ਸਾਡੀਆਂ ਵੀ ਕੋਈ ਨਾ ਕੋਈ ਇਹੋ ਜਿਹੀਆਂ ਬੈਕਗਰਾਉਂਡਾਂ ਹੋਣਗੀਆਂ ਜਿਹੜੀਆਂ ਸਾਡੀਆਂ ਆਦਤਾਂ ਨੂੰ ਉਹ ਠੀਕ ਕਰ ਰਿਹਾ, ਕਿਉਂਕਿ ਉਹਨੇ ਹਰ ਇੱਕ ਨੂੰ ਲਿਜਾਣਾ ਵਾਪਸ। ਉਹ ਹਰ ਇੱਕ ਨੂੰ ਉਹਨਾਂ ਦਿੰਦਾ ਜਿੰਨਾ ਉਹਨੂੰ ਜ਼ਰੂਰਤ ਹੈ। ਬਾਕੀ ਵੀ ਅਸੀਂ ਹੁਣ ਆਪਣੇ ਨਾਲ ਗੈਸਟ ਹਾਊਸ ਹੈ ਜਿਹੜਾ ਬੀਜੀ ਹੋਣਾ ਨੇ ਉਦੋਂ ਸ਼ੁਰੂ ਕਰਵਾਇਆ ਸੀ, ਤਾਂ ਉਹ ਵੀ ਅੱਜ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ, ਜਿਹੜਾ ਕਿ ਹੁਣ ਇਸ ਨੂੰ ਅਸੀਂ ਤਿਆਰ ਕਰ ਲੈਣਾ। ਬਾਹਰੋਂ ਹੋਰ ਵੀ ਬੜੇ ਗੈਸਟ ਆਇਆ ਕਰਨਗੇ ਤੇ ਬਸ ਮੈਨੂੰ ਇੰਨਾ ਹੀ ਪਤਾ ਕਿ ਜਦੋਂ ਵੀ ਕਿਸੇ ਚੀਜ਼ ਨੂੰ ਫੈਸਲਾ ਕੀਤਾ ਹੋਵੇ
ਉਹਦਾ ਕੋਈ ਮਤਲਬ ਹੁੰਦਾ ਵੀ। ਸੋ ਅੱਜ ਤੋਂ ਹੀ ਇਹਨੂੰ ਸ਼ੁਰੂ ਕਰਨ ਜਾ ਰਹੇ ਹਾਂ। ਤੇ ਮੈਂ ਤੇ ਆਇਆ ਸੀ, ਮੈਂ ਕਿਹਾ ਆਪਾਂ ਸ਼ੁਰੂ ਕਰਨਾ। ਅਜੇ ਬੈਠਾ ਸੀ, ਇੱਕ ਮੈਂਬਰ ਆਇਆ, ਬੈਠੇ ਬੈਠੇ ਸਾਰੇ ਸ਼ਾਹ ਜੀ ਸਾਰੇ ਬੈਠੇ, ਜ਼ਿੰਮੇਵਾਰ ਮੈਂਬਰ, ਇੱਕ ਮੈਂਬਰ ਦੇ ਕੇ ਗਿਆ। ਮੈਂ ਆ ਲਓ ਜੀ। ਉਹ ਮਹਾਰਾਜ ਦੇ ਵੇਲੇ ਉਹਨਾਂ ਨੇ ਕਿਹਾ ਸੀ ਕਿ ਤੁਸੀਂ ਪ੍ਰਾਈਵੇਟ ਮਕਾਨ ਬਣਾਓ, ਤੁਸੀਂ ਆਪਣੇ ਬਿਜ਼ਨਸ ਕਰੋ, ਉਹਦੇ ਵਿੱਚ ਤੁਹਾਨੂੰ ਪਲੈਨਿੰਗ ਨਾਲ ਚੱਲਣਾ ਪੈਂਦਾ, ਪਰ ਜਿਹੜਾ ਮਿਸ਼ਨ ਦਾ ਕੰਮ ਹੁੰਦਾ, ਸੰਗਤ ਦਾ ਕੰਮ ਹੁੰਦਾ, ਉਹ ਤੁਸੀਂ ਉਹਦੀ ਰਜ਼ਾ 'ਚ ਸ਼ੁਰੂ ਕਰ ਦਿਓ, ਉਹ ਹਰ ਇੱਕ ਚੀਜ਼ ਦਾ ਇੰਤਜ਼ਾਮ ਆਪ ਕਰਦਾ। ਸੋ ਇਹ ਚੀਜ਼ ਹਮੇਸ਼ਾ ਮੈਂ ਆਪਣੇ ਛੋਟੇ ਹੁੰਦਿਆਂ ਤੋਂ ਜ਼ਿੰਦਗੀ ਦੇ ਵਿੱਚ ਵੇਖੀ, ਅੱਜ ਵੀ ਮੈਂ ਉਹੀ ਚੀਜ਼ ਦੇਖੀ ਕਿ ਉਹ ਆਂਦਾ ਵੀ ਤੁਸੀਂ ਸ਼ੁਰੂ ਕਰੋ, ਉਹ ਦੇਣ ਵਾਲਾ ਉਹ ਸਭ ਉਹਨੂੰ ਪਤਾ ਵੀ ਕਿੱਦਾਂ ਤਿਆਰ ਕਰਨਾ। ਸੋ ਇਹੀ ਜ਼ਿੰਦਗੀ ਦੇ ਵਿੱਚ ਹੈ ਵੀ ਮਿਸ਼ਨ ਦੇ ਵਿੱਚ ਕੋਈ ਵੀ ਕੰਮ ਹੋਵੇ, ਇਨਸਾਨ ਦੇ ਬਣਨ ਵਾਸਤੇ ਹੋਵੇ, ਉਹਨੇ ਕਿਸੇ ਨੂੰ ਸਮਝਾਉਣ ਵਾਸਤੇ ਹੋਵੇ ਕਿ ਮੈਨੂੰ ਤਾਲੀਮ ਮਿਲੀ ਆ। ਆਪਾਂ WhatsApp ਦੇ ਵਿੱਚ ਕਿ ਚੰਗਾ ਮੈਸੇਜ ਆਵੇ ਤਾਂ ਕਿੰਨੀ ਜਲਦੀ ਫਾਰਵਰਡ ਕਰਦੇ ਹਾਂ ਵੀ ਇਹਨੂੰ ਭੇਜ ਦਿਓ ਸਾਰਿਆਂ ਨੂੰ। ਅਤੇ ਜੇ ਆਪਾਂ ਨੂੰ ਏਡੀ ਵੱਡੀ ਤਾਲੀਮ ਮਿਲੀ ਆ, ਉਹ ਅਸੀਂ ਆਪਣੇ 'ਚ ਰੱਖ ਕੇ ਉਹ ਵੀ ਅਸੀਂ ਵੰਡਣੀ ਆ। ਮੇਰਾ ਮਤਲਬ ਹੈ ਕਿ ਜਦੋਂ ਅਸੀਂ ਇਹ ਸ਼ੁਰੂਆਤ ਕਰਾਂਗੇ, ਉਹ ਕੀ ਕਰੇਗਾ, ਹਰ ਇੱਕ ਚੀਜ਼ ਉਹ ਪ੍ਰਸ਼ਾਦ ਬਣਾ ਦੇਗਾ, ਉਹ ਵੱਧਦੀ ਜਾਏਗੀ ਵੱਧਦੀ ਜਾਏਗੀ। ਸੋ ਮਿਸ਼ਨ ਦੇ ਵਿੱਚ ਤੇ ਦੁਨਿਆਵੀ ਤੌਰ 'ਚ ਇਹ ਫਰਕ ਹੈ ਵੀ ਉਹ ਚਾਹੁੰਦਾ ਸ਼ੁਰੂਆਤ ਕਰ, ਜਿਹੜੀ ਚੀਜ਼ ਦੀ ਵੀ ਜ਼ਰੂਰਤ ਆ ਉਹ ਮਿਲ ਜਾਏਗੀ। ਮੈਂ ਤੁਹਾਨੂੰ ਦੱਸਦਾ ਕਿ ਮਹਾਰਾਜ ਦੇ ਵੇਲੇ ਨਾਕਲਾਂ ਦੇ ਵਿੱਚ ਪ੍ਰੈਕਟਿਸ ਬੜੀ ਹੁੰਦੀ ਸੀ। ਭਾਜੀ ਜਦੋਂ ਅਸੀਂ ਦਿੱਲੀ ਜਾਂਦੇ ਸੀ ਮਹਾਰਾਜ ਨੂੰ ਮਿਲਣ, ਉਦੋਂ ਫਲਾਈਂਗ ਮੇਲ ਚੱਲਦੀ ਸੀ, ਕੋਈ 1:30 ਵਜੇ ਮੇਰਾ ਟਾਈਮ ਸੀ, 1-1:30 ਵਜੇ, ਅੱਜ ਵੀ ਹੈ ਇੰਨਾ। ਤਾਂ ਅਸੀਂ, ਮੈਂ, ਪਰਮਿੰਦਰ, ਸਿਸਟਰ, ਬੀਜੀ ਸਾਰੇ ਅਸੀਂ ਜਾਂਦੇ ਸੀ। ਅਤੇ ਭਾਜੀ ਹੋਣਾ ਦਾ ਇਹ ਸੀ, ਪੇਸ਼ੈਂਟ ਇੰਨੇ ਜ਼ਿਆਦਾ ਸੀ। ਤਾਂ ਫਿਰ ਉਸ ਤੋਂ ਬਾਅਦ ਉਹਨਾਂ ਨੇ ਫਿਰ ਮਹਾਰਾਜ ਜੀ ਵਾਸਤੇ ਕੋਈ ਮੈਡੀਸਨ ਲੈਣੀ ਹੋਵੇ, ਕੋਈ ਚੀਜ਼ ਲੈਣੀ ਹੋਵੇ ਜਾਂ ਕੋਈ ਹੋਰ ਕੰਮ ਹੋਵੇ, ਸਾਨੂੰ ਉਹਨਾਂ ਨੇ ਟ੍ਰੇਨ ਦੇ ਵਿੱਚ ਬਿਠਾ ਜਾਣਾ, ਕਹਿਣਾ ਤੁਸੀਂ ਸੀਟਾਂ ਮੰਨ ਕੇ ਰੱਖੋ, ਮੈਂ ਹੁਣੇ ਆਇਆ। ਤਾਂ ਉਹ ਅੱਜ ਵੀ ਜਦੋਂ ਮੈਂ ਉਹ ਟਾਈਮ ਯਾਦ ਕਰਦਾ ਤਾਂ ਮੈਨੂੰ ਬੜਾ ਔਖਾ ਲੱਗਦਾ, ਕਿਉਂਕਿ ਛੋਟਾ ਸੀ। ਤਾਂ ਭਾਜੀ ਹੋਣੀ ਕਦੀ ਵੀ ਟਾਈਮ 'ਤੇ ਨਹੀਂ ਸੀ ਆਏ। ਉਹਨਾਂ ਬਾਜ਼ਾਰ ਚਲੇ ਜਾਣਾ, ਸਾਨੂੰ ਟ੍ਰੇਨ 'ਤੇ ਬਿਠਾ ਦੇਣਾ, ਅਤੇ ਜਿਹੜੀ ਟ੍ਰੇਨ ਸੀ ਉਹਨੇ ਸੀਟੀਆਂ ਮਾਰਦੇ ਰਹਿਣਾ ਵੀ ਜਾ ਰਹੀ ਹੈ। ਅਤੇ ਅਸੀਂ ਬਾਰੀ ਤੋਂ ਦੇਖਣਾ, ਭਾਜੀ ਹੋਣੀ ਬਾਜ਼ਾਰ ਗਏ, ਆਏ ਨਹੀਂ, ਅਤੇ ਟ੍ਰੇਨ ਚਲੀ ਗਈ, ਅਸੀਂ ਕਿੱਥੇ ਚੱਲ ਜਾਵਾਂਗੇ ਇਕੱਲੇ, ਅਸੀਂ ਕਿੱਥੇ ਜਾਵਾਂਗੇ। ਅਜੇ ਤੱਕ ਫਲਾਈਂਗ ਕਦੀ ਵੀ ਭਾਜੀ ਤੋਂ ਬਿਨਾਂ ਨਹੀਂ ਚੱਲੀ, ਅਤੇ ਭਾਜੀ ਕਦੀ ਟਾਈਮ 'ਤੇ ਨਹੀਂ ਆਏ। ਜਦੋਂ ਵੀ ਉਹ ਸੀਟੀਆਂ ਮਾਰੇ ਚੱਲੇ ਨਾ, ਫਿਰ ਅਸੀਂ ਬਿਜ਼ੀ ਹੋਣਾ। ਮੈਨੂੰ ਪਤਾ, ਮੈਂ ਅੱਜ ਵੀ ਜੋ ਯਾਦ ਕਰਦਾ, ਇੱਕ ਗੇਟ ਹੁੰਦਾ ਸੀ, ਉੱਥੋਂ ਦੀ ਦੇਖਣਾ ਹੈ ਭਾਜੀ, ਅਚਾਨਕ ਭਾਈ ਦੀ ਪੱਗ ਆਉਣੀ ਤਾਂ ਕਹਿਣਾ ਵੀ ਭਾਜੀ ਆ ਗਿਆ, ਫਿਰ ਆਖਣਾ ਭਾਈ ਜਲਦੀ ਆਓ ਟ੍ਰੇਨ ਜਾ ਰਹੀ ਹੈ। ਅਜੇ ਭਾਜੀ ਹੋਣਾ ਦਾ ਪੈਰ ਰੱਖਣਾ, ਟ੍ਰੇਨ ਚੱਲ ਪੈਣੀ। ਮੇਰਾ ਮਤਲਬ ਹੈ ਕਿ ਉਹ ਜਿਹੜੇ ਗੁਰਮੁਖ ਸੀ ਉਹਨਾਂ ਦੇ ਵੀ ਉਹ ਜ਼ਿੰਦਗੀ ਦੇ ਵਿੱਚ ਕਦੇ ਵੀ ਪਿੱਛੇ ਨਹੀਂ ਰਹੇ। ਉਹਦੀ ਰਜ਼ਾ ਦੇ ਵਿੱਚ ਹਰ ਇੱਕ ਕੰਮ ਕਰਦੇ ਸੀ, ਅਤੇ ਹਰ ਇੱਕ ਚੀਜ਼, ਕੁਦਰਤ ਵੀ ਉਹਨਾਂ ਦੀ ਵੇਟ ਕਰਦੀ ਹੈ, ਕੁਦਰਤ ਵੀ ਉਹਨਾਂ ਦੇ ਉਹਦੀ ਕਦਰ ਕਰਦੇ ਸੀ, ਕਿਉਂਕਿ ਕੁਦਰਤ ਵੀ ਇਨਸਾਨ ਵਾਸਤੇ ਬਣੀ ਹੋਈ। ਆਂਦੇ ਜਦੋਂ ਇਨਸਾਨ ਆਪਣਾ ਮਕਸਦ ਪੂਰਾ ਕਰੇ ਤੇ ਕੁਦਰਤ ਵੀ ਉਹਦੇ ਪੈਰਾਂ 'ਤੇ ਝੁਕਦੀ ਹੈ। ਸੋ ਕਿ ਅੱਜ ਉਹਨਾਂ ਦੇ ਜਨਮ ਦਿਨ 'ਤੇ ਆਪਾਂ ਉਹਨਾਂ ਦੀਆਂ ਹੀ ਕਰ ਰਹੇ ਸੀ, ਉਹਨਾਂ ਦੇ ਬਾਰੇ ਹੀ ਬਹੁਤ ਕੁਛ ਹੋ ਰਿਹਾ, ਇੰਨਾ ਕੁਛ ਹੋ ਰਿਹਾ ਕਿ ਖਤਮ ਨਹੀਂ ਹੋ ਸਕਦਾ। ਕੋਈ ਸਾਖੀਆਂ ਨਹੀਂ ਆਉਂਦੀ, ਇਹ ਅੱਖੀ ਦੇਖੀਆਂ ਚੀਜ਼ਾਂ ਜਿਹੜੀਆਂ ਮੈਂ ਤੁਹਾਨੂੰ ਦੱਸ ਰਿਹਾ ਸੀ, ਉਹ ਅੱਜ ਵੀ ਪਿਛਲੀ 6 ਫਰਵਰੀ ਨੂੰ ਉਸੇ ਤਰ੍ਹਾਂ ਹੀ ਮਹਾਰਾਜ ਨੇ ਦਿਖਾਇਆ।
ਵੀ ਜੇ ਤੁਹਾਡਾ ਦਿਲ ਆ ਤੇ ਸਰੀਰਕ ਤੌਰ ਤੇ ਪਾਵਰ ਉਹ ਸਾਡੇ ਨਾਲ ਹੈ, ਹਰ ਤਰ੍ਹਾਂ ਨਾਲ ਹੈ। ਸੋ ਮੈਂ ਇੰਨਾ ਕਹਿ ਕੇ ਮੇਰਾ ਟਾਈਮ ਕਾਫੀ ਹੋ ਗਿਆ। ਬਾਕੀ ਵੀ ਆਪਾਂ ਇਹ ਸੇਵਾ ਸ਼ੁਰੂ ਕਰ ਰਹੇ ਹਾਂ ਤੇ ਇਹ ਸੰਗਤ ਦਾ ਕੰਮ ਹੈ, ਵੀ ਕਰਨਾ ਮਾਲਿਕ ਨਹੀਂ ਆ, ਹਰ ਇੱਕ ਨੂੰ ਚਾਂਸ ਦਿੱਤਾ ਤਾਂ ਬਸ ਜਿੰਨਾ ਵੀ ਆਪਾਂ ਹਰ ਪਾਸੇ ਤੋਂ ਆਪਾਂ ਡਿਵੈਲਪ ਹੋਣਾ ਵੀ, ਅਸੀਂ ਡਾਇਰੀ ਵੀ ਰੱਖਣੀ ਆ ਕਿਉਂਕਿ ਮਹਾਰਾਜ ਦੀ ਤਾਲੀਮ ਹੈ, ਉਹਦੇ ਮੁਤਾਬਕ ਚੱਲੀਏ। ਜਿਹੜੀਆਂ ਅੱਜ ਦੁੱਖ ਆ ਸਾਨੂੰ ਕਿਸੇ ਕਿਸਮ ਦੇ, ਉਹ ਦੁੱਖ ਨਹੀਂ ਰਹਿਣਗੇ, ਤੇ ਉਹਦੇ ਮੁਤਾਬਕ ਚੱਲਣਾ ਸ਼ੁਰੂ। ਸਭ ਤੋਂ ਵੱਡੀ ਦਵਾਈ ਇਹ ਆ, ਇਸ ਤੋਂ ਵੱਡੀ ਕੋਈ ਦਵਾਈ ਨਹੀਂ ਹੈ। ਇੱਕ ਡਾਕਟਰਾਂ ਨੇ ਕੀ ਕਿਹਾ, ਉਹਨਾਂ ਨੇ ਰਿਸਰਚ ਕੀਤੀ ਹੈ, ਮੈਂ ਅੱਗੇ ਵੀ ਸ਼ਾਇਦ ਕਿਹਾ ਸੀ, ਕਹਿੰਦੇ ਜਿਹੜਾ ਬੰਦਾ ਨਾ ਪੁਰਾਣੀ ਚੀਜ਼ ਨਹੀਂ ਭੁੱਲਦਾ, ਇੱਕ ਵਾਰੀ ਰਿਪੀਟ ਹੀ ਕਰੀ ਜਾਂਦਾ, ਦੁਬਾਰਾ ਕਿਸੇ ਨੂੰ ਮਾਫ ਨਹੀਂ ਕਰਦਾ, ਸਾਰਾ ਦਿਨ ਇੱਕੋ ਚੀਜ਼ ਸੋਚੀ ਜਾਂਦਾ, ਅੰਦਰ ਵੀ ਉਹਦੇ ਟੈਂਕੀਆਂ ਖਰਾਬ ਹੋ ਜਾਂਦੀਆਂ। ਦੇਖੋ ਸੋਚ ਦਾ ਤੇ ਔਰਗਨਸ ਕਿੱਥੇ ਕਿੱਥੇ ਵੀ ਉੱਥੇ ਅਸਰ ਹੁੰਦਾ ਉਹਦੇ। ਸੋ ਜਿਹੜੇ ਡਾਕਟਰ ਆ ਵੀ ਐਂਡ 'ਚ ਉਹ ਵੀ ਕਹਿ ਰਹੇ ਆ ਵੀ ਜਿਹੜੀ ਉਹਨਾਂ ਨੇ ਮਹਾਂਪੁਰਸ਼ਾਂ ਨੇ ਦਵਾਈ ਲਿਖੀ ਹੈ, ਤਾਂ ਵੱਡੀ ਕੋਈ ਦਵਾਈ ਨਹੀਂ ਹੈ। ਸੋ ਇੰਨਾ ਕਹਿ ਕੇ ਸਾਰਿਆਂ ਦਾ ਵੀ ਬਹੁਤ ਬਹੁਤ ਧੰਨਵਾਦ।